ਆਪ ਹੀ ਕਹਿੰਦਾ ਹੁੰਦਾ ਪ੍ਰਮਾਤਮਾ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ। ਸੋ ਅਸੀਂ ਸਮਝਦੇ ਹਾਂ ਵੀ ਮੇਰੀ ਮੱਤ ਵੱਜ ਚੁੱਕੀ ਹੈ। ਇੱਕ ਗੱਲ ਦੇ ਵਿੱਚ ਉਹ ਤਾਂ ਟੀਜ਼ ਕਰ ਰਹੇ ਨੇ ਕਿਸਾਨਾਂ ਨੂੰ, ਕਹਿੰਦੇ ਇਹ ਤਾਂ ਕਿਸਾਨ ਹੈ ਨਹੀਂ ਗੇ, ਨਕਲੀ ਨੇ, ਆਪਣੇ ਖੇਤ ਨਹੀਂ ਗਏ, ਉਹ ਤਾਂ ਟਿੱਚਰਾਂ ਤੇ ਉਤਰੇ ਹੋਏ ਨੇ। ਤੁਸੀਂ ਕਹਿੰਦੇ ਹੋ ਅਸੀਂ ਆਰ ਪਾਰ ਦੀ ਲੜਾਈ ਲੜ ਰਹੇ ਹਾਂ। ਅਜੇ ਵੀ ਇਹ ਸੋਚ ਰਹੇ ਆ ਵੀ ਲੋਕ ਸਾਨੂੰ ਦੇਖਦੇ ਰਹਿਣਗੇ, ਅਸੀਂ ਲੁੱਟਦੇ ਰਹਾਂਗੇ, ਪਰ ਹੁਣ ਨਹੀਂ। ਹੁਣ ਲੋਕ ਇਹਨੂੰ ਦਿੱਲੀ ਤੱਕ ਛੱਡ ਕੇ ਵੀ ਆਉਣ। ਭੰਡ ਪੁਣਾ ਕਰਨ ਵਾਲੇ ਬੰਦੇ ਨੇ, ਤੁਸੀਂ ਕਹਿੰਦੇ ਟਿੱਚਰਾਂ ਕਰ ਰਿਹਾ, ਉਹ ਭੰਡ ਪੁਣਾ ਕਰਨ ਵਾਲੇ ਬੰਦੇ ਦਾ ਪਤਾ ਲੱਗ ਹੀ ਜਾਣਾ, ਕਿਉਂਕਿ ਮੁੱਖ ਮੰਤਰੀ ਕੋਈ ਟਿੱਚਰਾਂ ਕਰਨ ਵਾਸਤੇ ਨਹੀਂ ਬਣਾਈਦਾ। ਮੁੱਖ ਮੰਤਰੀ ਸਿਰਫ ਪੰਜਾਬ ਦਾ ਭਾਰ ਹੁੰਦਾ ਵਾ ਸਾਰਾ। ਜਿਹੜਾ ਵਿਕਾਸ ਮਾਡਲ ਆ ਇੱਕ ਛਲਾਵਾ, ਇਹ ਇੱਕ ਇਹੋ ਜਿਹਾ ਮਤਲਬ ਕਿ ਪਰਦਾ ਵਾ, ਜਦੋਂ ਇਹਨੂੰ ਪਰਦੇ ਨੂੰ ਹਟਾ ਕੇ ਦੇਖਦੇ ਆ ਉਹਦੇ ਅੰਦਰੋਂ ਲੀਰਾਂ ਹੀ ਨਿਕਲਦੀਆਂ ਵਾ, ਹੋਰ ਕੁਛ ਨਹੀਂ ਨਿਕਲਦਾਗਾ। ਅੱਜ ਦੇ ਹਾਲਾਤਾਂ ਦੇ ਵਿੱਚ ਕਿਸੇ ਦੇਸ਼ ਨੂੰ ਆਪਦੀ ਪ੍ਰਭੂ ਸੱਤਾ ਰੱਖਣ ਵਾਸਤੇ ਫੌਜ ਜ਼ਰੂਰੀ ਆ, ਹਥਿਆਰ ਜ਼ਰੂਰੀ ਆ, ਉਸੇ ਤਰ੍ਹਾਂ ਅੰਨ ਵੀ ਜ਼ਰੂਰੀ ਆ। ਹੁਣ ਤਾਂ ਸਾਬਤ ਹੋ ਗਿਆ ਵੀ ਜਿਨ੍ਹਾਂ ਦੇਸ਼ਾਂ ਕੋਲੇ ਇਹ ਚੀਜ਼ ਨਹੀਂ ਸੀ, ਖੁਦ ਹੀ ਆਪ ਦਾ ਅਨਾਜ ਨਹੀਂ ਸੀ, ਉਹ ਲੰਮੀ ਲੜਾਈ ਨਹੀਂ ਲੜ ਸਕਦੇਗੇ। ਵੀ ਖਾਣਾ ਇੱਕ ਇਹੋ ਜਿਹਾ ਬਿਜ਼ਨਸ ਆ ਜਿਹੜਾ ਕਦੇ ਸਮਾਪਤ ਨਹੀਂ ਹੋ ਰਿਹਾ। ਰੋਟੀ ਤਾਂ ਅਸੀਂ ਖਾਣੀ ਆ। 80 ਕਰੋੜ ਖੇਤੀ ਤੇ ਡਿਪੈਂਡ ਲੋਕ ਆ। ਹੁਣ ਜੇ ਤੁਸੀਂ 80 ਕਰੋੜ ਲੋਕਾਂ ਨੂੰ ਕਹਿ ਰਹੇ ਹੋ ਵੀ ਤੁਸੀਂ ਘਰੇ ਬਹਿ ਜਾਓ, ਤੁਹਾਡਾ ਕੰਮ ਕੋਈ ਨਹੀਂ, ਤੁਸੀਂ ਬੇਰੁਜ਼ਗਾਰ ਹੋ ਜਾਓ, ਅਸੀਂ ਵੱਡੀ ਮਸ਼ੀਨਰੀ ਲਿਆ ਕੇ ਖੇਤੀ ਕਰਾਂਗੇ, ਦੱਸੋ ਇਹ ਕਿੱਧਰਲੀ ਕ੍ਰਾਂਤੀ ਆ? ਇਹ ਕਿੱਧਰਲਾ ਹੱਲ ਆ? ਹੋ ਸਕਦਾ ਵਾ ਜਿਵੇਂ ਇਹ ਭਾਰਤਮਾਲਾ ਦੇ ਨੇੜੇ ਬਣਾ ਰਹੇ, ਜਿੰਨਾ ਪ੍ਰੋਜੈਕਟਾਂ ਦਾ ਭਾਰਤਮਾਲਾ ਵਰਗੀਆਂ ਵੱਡੀਆਂ ਛੜੋੜਾਂ ਦੇ ਨੇੜੇ ਆ, ਇਹਨਾਂ ਨੇ ਆਪਦਾ ਸਮਾਨ ਡੰਪ ਕਰਨਾ ਹੋਵੇ, ਕੋਈ ਸਟੋਰ ਬਣਾਉਣੇ ਹੋਣ ਵੱਡੇ, ਤਾਂ ਕਿ ਆਹ ਬੰਦਰਗਾਹ ਖੋਲ੍ਹ ਕੇ, ਬਾਘੇ ਬਾਰਡਰ ਤੋਂ ਖੋਲ੍ਹ ਕੇ ਸਾਰਾ ਵਪਾਰ ਕੀਤਾ ਜਾ ਸਕੇ। ਪਿੰਡਾਂ ਦਾ ਰਹਿਣ ਵਾਲਾ ਖੁਦ ਕਹਿੰਦਾ ਵਾ, ਇਹਨੂੰ ਇਹ ਨਹੀਂ ਪਤਾ ਕਿ ਲੋਕ ਤਾਂ ਵੱਟ ਪਿੱਛੇ ਭਰਾ ਮਾਰ ਦਿੰਦੇ, ਭਰਾ ਫੈਰ ਮਾਰ ਦਿੰਦਾ। ਪਾਣੀ 5 ਮਿੰਟਾਂ ਪਿੱਛੇ ਕਿੰਨੇ ਕਤਲ ਹੋਏ ਆ ਪੰਜਾਬ 'ਚ, ਤੇ ਫਿਰ ਤੁਸੀਂ ਕੀ ਸੋਚ ਲਿਆ ਵੀ ਉਹ ਟੱਕਾਂ ਦੇ ਟੱਕ ਤੁਹਾਨੂੰ ਐ ਦੇ ਦੇਣਗੇ? ਹੁਣ ਜੇ ਕਿਸੇ ਨੇ ਕਲੋਨੀ ਕੱਟਣ ਵਾਸਤੇ ਕੋਈ ਵੱਡੇ ਬਿਜ਼ਨਸਮੈਨ ਨੇ ਜ਼ਮੀਨ ਲੈ ਕੇ ਰੱਖੀ ਆ, ਉਹ ਲੈਂਡ ਪੂਲਿੰਗ 'ਚ ਦੇਤੀ, ਉਹ ਕੋਈ ਕਿਸਾਨ ਨਹੀਂਗਾ। ਜਾਂ ਕਿਸੇ ਮੁਲਾਜ਼ਮ ਰਿਟਾਇਰ ਜਿਹੜਾ ਪਹਿਲਾਂ ਕੋਈ ਰਿਸ਼ਵਤ ਲੈਂਦਾ ਰਿਹਾ ਵਾ, ਜੀ ਸਰਕੇਸ ਆ, ਉਹਨੂੰ ਕਹਿੰਦਾ ਤੇਰੀ ਫਾਈਲ ਖੋਲਾਂਗੇ, ਨਹੀਂ ਤਾਂ ਜ਼ਮੀਨ ਦੇ, ਉਹ ਡਰਦਾ ਦੇ ਗਿਆ, ਉਹਨੂੰ ਪਾਸੇ ਛੱਡ ਲਓ। ਇਸ ਤੋਂ ਬਿਨਾਂ ਕੋਈ ਜ਼ਮੀਨ ਇੱਕ ਵੀ ਕਿਸਾਨ ਨੇ ਇਹਨੂੰ ਹਜੇ ਤੱਕ ਨਹੀਂ ਦਿੱਤੀ ਤੇ ਨਾ ਦਊਗਾ। ਭਗਵੰਤ ਮਾਨ ਖੁਦ ਹੀ ਕਹਿੰਦਾ ਹੁੰਦਾ ਸੀ ਡਲਾ ਤੋਂ ਡਲਾ ਹੋਤਾ ਹੈ, ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ। ਇਹਦੀ ਕਈ ਗੱਲ ਲੋਕਾਂ ਨੇ ਇਹ ਤੇ ਜਮਾਉਣੀ ਆ। ਲੋਕ ਇਹਨਾਂ ਦੀ ਰੇਸ ਵੇਖਿਆ ਜੇ ਪਿੰਡ 'ਚ ਕਿਵੇਂ ਲਵਾਉਂਦੇ, ਲੋਕ ਬਹੁਤ ਅੱਕੇ ਪਏ ਆ ਇਹਨਾਂ ਤੋਂ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਜਿੱਥੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕਿਸਾਨ ਅੱਗੇ ਵਧ ਰਹੇ ਨੇ, ਉੱਥੇ ਹੀ ਸਰਕਾਰ ਵੱਖ-ਵੱਖ ਸਮਿਆਂ ਤੇ ਕੁਝ ਬਦਲ ਤਾਂ ਕਰ ਰਹੀ ਹੈ, ਪਰ ਪਿੱਛੇ ਹਟਣ ਦੇ ਰੌਹ ਦੇ ਵਿੱਚ ਬਿਲਕੁਲ ਨਹੀਂ ਲੱਗ ਰਹੀ। ਮੇਰੇ ਨਾਲ ਭਾਈ ਬਲਦੇਵ ਜੀਰਾ ਹੁਣੀ ਮੌਜੂਦ ਨੇ, ਗੱਲਬਾਤ ਕਰਦੇ ਆ। ਜਲੰਧਰ 'ਚ ਇਕੱਠੇ ਹੋਏ ਨੇ, ਮੀਟਿੰਗ ਇਹਨਾਂ ਨੇ ਕੀਤੀ ਹੈ, ਕੀ ਰਣਨੀਤੀ ਘੜੀ ਗਈ ਹੈ, ਸਾਰੀ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਮੁੱਢ ਬੰਨਦੇ ਆ ਲੈਂਡ ਪੂਲਿੰਗ ਪਾਲਿਸੀ ਤੋਂ। ਭਾਈ ਕੀ ਸਮਝ ਬਣਾ ਪਾਏ ਹੋ ਜਿੱਦਣ ਤੋਂ ਕੱਲ ਤੁਰੀ ਹੈ ਹੁਣ ਤੱਕ? ਕੀ ਨਜ਼ਰ ਆਉਂਦਾ ਲੈਂਡ ਪੂਲਿੰਗ ਦੇ ਪਿੱਛੇ, ਜਾਂ ਕੀ ਰਣਨੀਤੀ ਹੈ ਸਰਕਾਰ ਦੀ ਇਸ ਦੇ ਪਿੱਛੇ? ਜਾ ਦੇਖੋ, ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਲੈਂਡ ਪੂਲਿੰਗ ਦੀ ਪੰਜਾਬ ਨੂੰ ਲੋੜ ਨਹੀਂ ਸੀ। ਇਹ ਨੰਗਾ ਚਿੱਟਾ ਇੱਕ ਡਾਕਾ, ਜਿਵੇਂ ਆਪਾਂ ਕਹਿੰਦੇ ਆ ਵੀ ਦਿੱਲੀ ਵਾਲੇ ਜਿੰਨੇ ਡਾਕੂ ਸੀਗੇ ਸਾਰੇ ਉੱਠ ਕੇ ਪੰਜਾਬ 'ਚ ਆ ਗਏ, ਤੇ ਇੱਕ ਪੰਜਾਬ ਨੂੰ ਲੁੱਟਣ ਵਾਸਤੇ ਇੱਕ ਪਾਲਿਸੀ ਲਿਆ ਵੀ ਲੈਂਡ ਪੂਲਿੰਗ ਪਾਲਿਸੀ ਨਾਲ ਅਸੀਂ ਨਵੇਂ ਸ਼ਹਿਰ ਵਿਕਸਿਤ ਕਰਾਂਗੇ, ਕਲੋਨੀਆਂ ਵਿਕਸਿਤ ਕਰਾਂਗੇ, ਸਮਾਰਟ ਸਿਟੀ ਵਿਕਸਿਤ ਕਰਾਂਗੇ। ਤੇ ਜਦੋਂ ਕਿ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਸਾਰੀਆਂ ਕਲੋਨੀਆਂ ਕੱਟੀਆਂ ਪਈਆਂ ਵਾ, ਉਹਨਾਂ ਨੂੰ ਖਰੀਦ ਨਹੀਂ ਰਿਹਾ, ਉਹ ਵਿਕ ਨਹੀਂ ਰਹੀਆਂ ਗੀਆਂ। ਤੇ ਪੰਜਾਬ ਦੇ ਵਿੱਚ ਤੁਸੀਂ ਆਪ ਇੱਥੋਂ ਦੇ ਰਹਿਣ ਵਾਲੇ ਹੋ, ਆਪਣੇ ਕਿੰਨੇ ਕੁ ਲੋਕਾਂ ਕੋਲ ਘਰ ਨਹੀਂ ਹੈਗਾ ਗਾ? ਬਹੁਤ ਘੱਟ ਲੋਕ ਹੈਗੇ ਆ। ਜੇ 100 ਚੋਂ ਕਹੀਏ ਇੱਕ ਅੱਧੇ % ਤੋਂ ਵੀ ਘੱਟ ਲੋਕ ਉਹ ਜਿਹਨਾਂ ਕੋਲ ਘਰ ਨਹੀਂ ਹੈਗਾ। ਤੇ ਜਿਨ੍ਹਾਂ ਕੋਲੇ ਘਰ ਨਹੀਂ ਹੈਗਾ ਗਾ, ਉਹ ਇਹੋ ਜਿਹੇ ਸਮਾਰਟ ਸਿਟੀਆਂ 'ਚ ਪਲਾਟ ਲੈ ਨਹੀਂ ਸਕਦੇਗੇ ਜਾਂ ਖਰੀਦ ਨਹੀਂ ਸਕਦੇ। ਕਿਉਂ ਨਹੀਂ ਖਰੀਦ ਸਕਦੇ? ਕਿਉਂਕਿ ਉਹਨਾਂ ਦੀ ਆਰਥਿਕ ਹਾਲਤ ਹੀ ਇੰਨੀ ਮਾੜੀ ਆ। ਉਹ ਤਾਂ 5-5 ਮਰਲੇ ਦੇ ਪਲਾਟ ਮੰਗਣ ਵਾਲੇ ਲੋਕ ਵਿਚਾਰੇ ਆ ਜਿਹੜੇ ਘਰਾਂ ਤੋਂ ਬੇਘਰ ਆ ਹਜੇ। ਪਰ ਸਰਕਾਰ ਕਹਿ ਰਹੀ ਹੈ ਅਫੋਰਡੇਬਲ ਹਾਊਸਿੰਗ ਹੈ, ਫਿਰ ਇਹ ਅਫੋਰਡੇਬਲ ਹਾਊਸਿੰਗ ਨਹੀਂ ਹੈ। ਨਹੀਂ, ਦੇਖੋ, ਇਹ ਇੱਕ ਸਿਰਫ ਲੋਕਾਂ ਨੂੰ ਭਰਮਾਉਣ ਵਾਸਤੇ ਇੱਕ ਉਹ ਸ਼ਬਦਾਂ ਦਾ ਹੇਰ ਫੇਰ ਆ, ਇਸ ਤੋਂ ਵੱਧ ਕੁਝ ਨਹੀਂ ਆ। ਕਿਉਂਕਿ ਅਸਲ ਵਿੱਚ ਮਨਸ਼ਾ ਇਹਨਾਂ ਦੀ ਕੀ ਆ? ਮਨਸ਼ਾ ਇਹਨਾਂ ਦੀ ਕੁਝ ਵੱਡੇ ਲੋਕਾਂ ਤੋਂ ਇਹਨਾਂ ਜ਼ਮੀਨਾਂ ਤੇ ਕਬਜ਼ੇ ਕਰਾਉਣੇ, ਕਿਸਾਨਾਂ ਦੇ ਥੱਲਿਓਂ 65,000 ਕਿੱਲਾ ਜ਼ਮੀਨ ਖਿੱਚਣੀ। ਹੁਣ ਸਾਨੂੰ ਕਹਿ ਰਿਹਾ ਸਮਾਰਟ ਸਿਟੀ, ਕੀ ਸਾਨੂੰ ਕੀ ਪਤਾ ਵੀ ਆਉਣ ਵਾਲੀ ਸਮਾਰਟ ਸਿਟੀ ਬਣਾਉਣੀ ਆ ਕਿ ਇਹਨਾਂ ਨੇ ਕੋਈ ਇੱਥੇ ਖੇਤੀ ਹੀ ਕਰਨੀ ਹੋਵੇ? ਜਿਵੇਂ ਆਪਾਂ ਜਾਣਦੇ ਹਾਂ ਕਿ ਜਿੰਨੇ ਵੀ ਵੱਡੇ ਕਾਰਪੋਰੇਟ ਘਰਾਣੇ ਉਹ ਸਾਰੇ ਖੇਤੀ ਵੱਲ ਨੂੰ ਵਧ ਰਹੇ। ਬਿਲ ਗੇਟਸ 3 ਲੱਖ ਏਕੜ ਜ਼ਮੀਨ ਖਰੀਦ ਗਿਆ ਵਾ, ਹਾਂ ਉਹ ਖਰੀਦ ਗਿਆ। ਬਾਕੀ ਹੋ ਸਕਦਾ ਵਾ ਜਿਵੇਂ ਇਹ ਭਾਰਤਮਾਲਾ ਦੇ ਨੇੜੇ ਬਣਾ ਰਹੇ, ਜਿੰਨਾ ਪ੍ਰੋਜੈਕਟਾਂ ਦਾ ਭਾਰਤਮਾਲਾ ਵਰਗੀਆਂ ਵੱਡੀਆਂ ਛੜੋੜਾਂ ਦੇ ਨੇੜੇ ਆ, ਇਹਨਾਂ ਨੇ ਆਪਦਾ ਸਮਾਨ ਡੰਪ ਕਰਨਾ ਹੋਵੇ, ਕੋਈ ਸਟੋਰ ਬਣਾਉਣੇ ਹੋਣ ਵੱਡੇ, ਤਾਂ ਕਿ ਆਹ ਬੰਦਰਗਾਹ ਖੋਲ੍ਹ ਕੇ, ਬਾਘੇ ਬਾਰਡਰ ਤੋਂ ਖੋਲ੍ਹ ਕੇ ਸਾਰਾ ਵਪਾਰ ਕੀਤਾ ਜਾ ਸਕੇ। ਸੋ ਇਹ ਆਪਾਂ ਅਕਸਰ ਹੀ ਵੇਖਦੇ ਹਾਂ, ਸਰਕਾਰਾਂ ਕਹਿੰਦੀਆਂ ਕੁਝ ਹੋਰ ਹੁੰਦੀਆਂ, ਕਰਦੀਆਂ ਕੁਝ ਹੋਰ ਹੁੰਦੀਆਂ। ਪਰ ਇਹਦੇ ਸਭ ਤੋਂ ਮੇਨ ਗੱਲ ਜਿਹੜੀ ਇਹ ਆ ਕਿ ਪੰਜਾਬ ਦੇ ਵਿੱਚ ਜਿੱਥੇ 3 ਫਸਲਾਂ ਦੇਣ ਵਾਲੀ ਜ਼ਮੀਨ ਆ, ਕਿ ਉਹਨਾਂ ਜ਼ਮੀਨਾਂ ਉੱਤੇ ਅਸੀਂ ਸਮਾਰਟ ਸਿਟੀਆਂ ਬਣਾਈਏ। ਦੁਨੀਆ ਪੱਧਰ ਤੇ ਜਾਂ ਅੰਨ ਦਾ ਸੰਕਟ ਆ, ਤੇ ਇਹ ਸਾਰੇ ਵਿਗਿਆਨੀ ਸਾਡੇ ਕਹਿ ਰਹੇ ਵੀ ਇਹ ਸੰਕਟ ਨੇ ਹੋਰ ਗੰਭੀਰ ਹੋਣਾ ਵਾ।
ਪੰਜਾਬ ਹੋਇਆ, ਹਰਿਆਣਾ ਹੋਇਆ, ਇਹ ਉਹ ਜ਼ਮੀਨ ਆ ਜਿਹਨੇ ਪੂਰੇ ਦੇਸ਼ ਦਾ ਢਿੱਡ ਭਰਿਆ। ਜਿਵੇਂ ਤੁਸੀਂ ਰਸ਼ੀਆ ਯੂਕਰੇਨ ਦੀ ਵਾਰ ਲੈ ਲਓ, ਹੁਣ ਰੂਸ ਨੇ ਉੱਥੇ ਕਬਜ਼ਾ ਕੀਤਾ ਜਿੱਥੇ ਕਣਕ ਦੇ ਵੱਧ ਪੈਦਾਵਾਰ ਹੁੰਦੀ ਸੀ, ਜਿੱਥੇ ਅਨਾਜ ਭੰਡਾਰ ਜ਼ਿਆਦਾ ਸੀ, ਕਿਉਂਕਿ ਉਹ ਸਮਝ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੰਕਟ ਕੀ ਆਉਣਾ ਸਾਡੇ ਸਾਹਮਣੇ। ਹੁਣ ਸਾਡੇ ਲੋਕ ਐਡੇ ਮੂਰਖ ਆ, ਸਾਡੀਆਂ ਗੌਰਮੈਂਟਾਂ ਐਡੀਆਂ ਮੂਰਖ ਆ, ਇੱਕ ਤਿੰਨ ਫਸਲਾਂ ਦੇਣ ਵਾਲੀ ਉਪਜਾਊ ਜ਼ਮੀਨ ਤੇ ਤੁਸੀਂ ਪੱਥਰ ਖੜੇ ਕਰ ਰਹੇ ਹੋ, ਤੁਸੀਂ ਪੱਥਰਾਂ ਦੇ ਮਹਿਲ ਖੜੇ ਕਰੋ, ਅਸੀਂ ਕੀ ਕੱਢਣਾ ਉਹਨਾਂ ਚੋਂ? ਅੱਛਾ, ਇਹ ਲੱਗਦਾ ਕਿ ਫਿਰ ਇਸ ਹਿਸਾਬ ਦੇ ਨਾਲ ਹੌਲੀ-ਹੌਲੀ ਫੂਡ ਰॉयट्स ਹੋਣ ਵੱਲ ਆਪਾਂ ਵੱਧ ਰਹੇ ਹਾਂ। ਜਦੋਂ ਇਸ ਤਰੀਕੇ ਨਾਲ ਅਨਾਜ ਦਾ ਸੰਕਟ ਆਊਗਾ ਤੇ ਲੋਕ ਇੱਕ ਦੂਜੇ ਦੀ ਜਾਨ ਦੇ ਵੈਰੀ ਬਣਨਗੇ ਫੂਡ ਦੇ ਕਰਕੇ। ਆਪਾਂ ਦੇਖ ਰਹੇ ਹਾਂ ਨਾ ਗਾਜ਼ਾ ਦੇ ਵਿੱਚ ਜਿਸ ਤਰੀਕੇ ਇੱਕ ਕਟੋਰੀ ਕਹਿੰਦੇ ਇੱਕ ਸਮੇਂ ਦੀ ਰੋਟੀ ਲੈਣ ਦੇ ਲਈ ਲੋਕ ਤੜਫ ਰਹੇ ਨੇ। ਇੱਕ ਵੀਡੀਓ ਤੁਸੀਂ ਵੀ ਦੇਖੀ ਹੋਊਗੀ, ਉਹ ਅਨਾਜ ਦਾ ਗੱਟਾ ਲੈ ਕੇ ਜਦੋਂ ਘਰੇ ਆਉਂਦਾ ਕਿਸ ਤਰੀਕੇ ਦੇ ਨਾਲ ਖੁਸ਼ੀ ਆਉਂਦੀ ਹੈ। ਲੱਗਦਾ ਫਿਰ ਆਪਾਂ ਉਸ ਤਰ੍ਹਾਂ ਦੀ ਮੰਦਹਾਲੀ ਦੇ ਵੱਲ ਵਧਾਂਗੇ ਜੇ ਐਂ ਹੀ ਜ਼ਮੀਨ ਜਾਂਦੀ ਰਹੀ ਖੇਤੀ ਥੱਲਿਓਂ? ਦੇਖੋ, ਇਹ ਤਾਂ ਕੰਧ ਤੇ ਲਿਖੀ ਸੱਚਾਈ ਹੈ, ਇਹ ਸਾਨੂੰ ਸਮਝ ਲੈਣੀ ਚਾਹੀਦੀ ਆ। ਕਿਉਂਕਿ ਜਿਹੜਾ ਅਨਾਜ ਦਾ ਮਸਲਾ ਨਾ, ਜਿਵੇਂ ਅੱਜ ਦੇ ਹਾਲਾਤਾਂ ਦੇ ਵਿੱਚ ਕਿਸੇ ਦੇਸ਼ ਨੂੰ ਆਪਦੀ ਪ੍ਰਭੂ ਸੱਤਾ ਰੱਖਣ ਵਾਸਤੇ ਫੌਜ ਜ਼ਰੂਰੀ ਆ, ਹਥਿਆਰ ਜ਼ਰੂਰੀ ਆ, ਉਸੇ ਤਰ੍ਹਾਂ ਅੰਨ ਵੀ ਜ਼ਰੂਰੀ ਆ। ਹੁਣ ਤਾਂ ਸਾਬਤ ਹੋ ਗਿਆ ਵੀ ਜਿਨ੍ਹਾਂ ਦੇਸ਼ਾਂ ਕੋਲੇ ਇਹ ਚੀਜ਼ ਨਹੀਂ ਸੀ, ਖੁਦ ਹੀ ਆਪ ਦਾ ਅਨਾਜ ਨਹੀਂ ਸੀ, ਉਹ ਲੰਮੀ ਲੜਾਈ ਨਹੀਂ ਲੜ ਸਕਦੇਗੇ, ਲੰਮੀ ਲੜਾਈ ਨਹੀਂ ਲੜ ਸਕਦੇ ਤੇ ਲੰਮੇ ਸਮਿਆਂ ਤੇ ਲੋਕਾਂ ਨੂੰ ਜਿਉਂਦਾ ਨਹੀਂ ਰੱਖ ਸਕਦੇਗੇ। ਤੋ ਇਹ ਬਹੁਤ ਸਾਰੇ ਮੁਲਕਾਂ ਨੂੰ ਸਮਝ ਆ ਗਈ ਇਹ ਗੱਲ। ਜਿਵੇਂ ਤੁਸੀਂ ਯੂਕਰੇਨ ਗਾਜ਼ਾ ਦੀ ਉਦਾਹਰਨ ਦਿੱਤੀ ਆ, ਉੱਥੇ ਕਿੰਨੇ ਮਾੜੇ ਹਾਲ ਆਪਾਂ ਸਾਰਿਆਂ ਨੇ ਦੇਖਿਆ ਵਾ। ਪਰ ਮਸਲਾ ਵਾ ਸਬਕ ਸਿੱਖਣ ਦਾ। ਅਸੀਂ ਤਾਂ ਹੁਣ ਸਬਕ ਸਿੱਖਣ ਦੀ ਬਜਾਏ ਆਪਦੀ ਜਿਹੜੀ ਜ਼ਮੀਨ ਆ ਉਹ ਚੰਦ ਮੁਨਾਫੇ ਵਾਸਤੇ ਤੇ ਚੰਦ ਬੰਦਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ, ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ, ਉਹ ਅਸੀਂ ਆਪਦੀ ਬੇਕਾਰ ਕਰ ਰਹੇ ਹਾਂ ਤੇ ਇਹੋ ਜਿਹਾ ਮਾਡਲ ਲੈ ਕੇ ਆ ਰਹੇ ਹਾਂ ਜਿਹਨੇ ਸਾਨੂੰ ਬਰਬਾਦੀ ਵੱਲ ਲੈ ਕੇ ਜਾਣਾ ਵਾ। ਜਿਹੜੀ ਰਹੀ ਫੂਡ ਖਾਣੇ ਵਾਸਤੇ ਮਾਰੀ, ਦੇਖੋ 3 ਕਾਨੂੰਨ ਸੀ ਜਿਹੜੇ, ਉਹ ਵੀ ਇਸੇ ਚੀਜ਼ ਤੋਂ ਆਏ ਸੀ। ਇਹਨਾਂ ਲੋਕਾਂ ਨੇ ਇੱਕ ਗੱਲ ਚੰਗੀ ਤਰ੍ਹਾਂ ਇਹਨਾਂ ਦੇ ਦਿਮਾਗ 'ਚ ਆ ਗਈ ਆ ਵੀ ਖਾਣਾ ਇੱਕ ਇਹੋ ਜਿਹਾ ਬਿਜ਼ਨਸ ਆ ਜਿਹੜਾ ਕਦੇ ਸਮਾਪਤ ਨਹੀਂ ਹੋਣਾ। ਰੋਟੀ ਤਾਂ ਅਸੀਂ ਖਾਣੀ ਆ। ਹੁਣ ਬਾਕੀ ਸਾਰੇ ਬਿਜ਼ਨਸਾਂ ਨਾਲੋਂ ਇਹ ਤੇ ਕਬਜ਼ਾ ਕਰਕੇ, ਸਾਰੀ ਜ਼ਮੀਨ ਨੂੰ ਆਪਦੇ ਹੱਥ 'ਚ ਲੈ ਕੇ ਤੇ ਲੋਕਾਂ ਦੀ ਥਾਲੀ ਦੇ ਉੱਤੇ ਕਬਜ਼ਾ ਕਰਕੇ ਇਹ ਸਮਝਦੇ ਆ ਵੀ ਅਸੀਂ ਸਾਰੇ ਲੋਕਾਂ ਨੂੰ ਕੰਟਰੋਲ ਕਰ ਲਾਂਗੇ, ਜਿਹੜਾ ਲੋਕਾਂ ਨੂੰ ਕੰਟਰੋਲ ਕਰਕੇ ਚਲਾਉਣ ਵਾਲਾ ਸਿਸਟਮ ਆ। ਸੋ ਇਸੇ ਕਰਕੇ ਇਹ ਚਾਹੇ ਲੈਂਡ ਪੂਲਿੰਗ ਵਾਲਾ ਦੇ ਨਾਂ ਤੇ ਜ਼ਮੀਨ ਲੈਣ, ਪਰ ਅਸਲੀ ਮਨਸ਼ਾ ਇਹਨਾਂ ਦੀ ਇਹੋ ਹੀ ਆ, ਜਿਹੜੀਆਂ ਛੋਟੀਆਂ ਜੋਤਾਂ ਵਾ, ਛੋਟੀ ਕਿਸਾਨੀ ਆ, ਜਾਂ ਕਹਿ ਲਈਏ ਦੂਜੇ ਸ਼ਬਦਾਂ 'ਚ ਕਹੀਏ ਵੀ ਛੋਟੀ ਮਾਲਕੀ ਆ। ਤੁਹਾਡੇ ਕੋਲ 2 ਕਿੱਲੇ, ਮੇਰੇ ਕੋਲ 4 ਕਿੱਲੇ ਆ। ਇਹ ਮਾਲਕੀ ਖਤਮ ਕਰਕੇ ਇਹ ਸਾਰੀ ਜ਼ਮੀਨ ਵੱਡਿਆਂ ਨੂੰ ਦੇ ਕੇ, ਵੱਡਿਆਂ ਹੱਥਾਂ ਨੂੰ ਸੌਂਪ ਕੇ ਜਿਹੜੀ ਸਾਡੀ ਥਾਲੀ ਆ ਉਹ ਤੇ ਕਬਜ਼ਾ ਕਰਨ ਦੀ ਸਕੀਮ ਕਹਿ ਲਈਏ ਕਿਤੇ ਕਾਰਪੋਰੇਟ ਖੇਤੀ ਦਾ ਮਾਡਲ ਹੋ ਸਕਦਾ, ਜਿੱਦਾਂ ਅਮਰੀਕਾ 'ਚ ਹਜ਼ਾਰਾਂ ਏਕੜ ਦੇ ਵਿੱਚ ਹੁੰਦੀ ਹੈ। ਬੇਸ਼ੱਕ ਉਹ ਖੇਤੀ ਕੁਝ ਵੀ ਨਹੀਂ ਹੈ ਪੂਰੇ ਅਮਰੀਕਾ ਦੇ ਮੁਕਾਬਲੇ ਦੇ ਵਿੱਚ, ਪਰ ਜਦੋਂ ਹੁੰਦੀ ਹੈ ਤਾਂ ਹਜ਼ਾਰਾਂ ਏਕੜ 'ਚ ਇਕੱਠੀ ਹੁੰਦੀ ਹੈ ਤੇ ਵੱਡੀ ਮਸ਼ੀਨਰੀ ਨਾਲ ਹੁੰਦੀ ਹੈ। ਕਹਿਣ ਦਾ ਭਾਵ ਜੇ ਪੰਜਾਬ ਦੇ ਵਿੱਚ ਆਪਾਂ ਮਾਡਲ ਦੇਖੀਏ ਵੀ 2 ਕਿੱਲਿਆਂ ਵਾਲਾ ਵੀ ਆਪਣੀ ਖੇਤੀ ਕਰਕੇ ਵਧੀਆ ਘਰ ਚਲਾ ਰਿਹਾ, ਪਰ ਉੱਥੇ ਬਿਲਕੁਲ ਵੀ ਸੰਭਵ ਨਹੀਂ ਹੈ। ਫਿਰ ਉਧਰ ਨੂੰ ਵਧਣ ਦੀ ਨੀਤੀ ਲੱਗਦੀ ਹੈ ਵੀ ਖੇਤੀ ਕਰਾਉਣੀ ਹੈ ਪਰ ਆਮ ਕਿਸਾਨਾਂ ਤੋਂ ਨਹੀਂ ਕਰਾਉਣੀ ਹੈ। ਜਾਪਦੀ ਹੈ ਦੇਖੋ 2 ਚੀਜ਼ਾਂ ਦਾ ਬਹੁਤ ਵੱਡਾ ਫਰਕ ਆ। ਇੱਕ ਅਮਰੀਕਾ ਤੇ ਸਾਡਾ ਆਬਾਦੀ ਦਾ ਬਹੁਤ ਵੱਡਾ ਫਰਕ, ਸਾਡੀ ਆਬਾਦੀ ਬਹੁਤ ਜ਼ਿਆਦਾ ਹੈ। ਦੂਜਾ ਉਹਨਾਂ ਕੋਲੇ ਜ਼ਮੀਨ ਬਹੁਤ ਜ਼ਿਆਦਾ ਹੈ, ਉਸ ਹਿਸਾਬ ਨਾਲ ਰਕਬਾ ਸਾਡੇ ਕੋਲੇ ਘੱਟ ਆ। ਠੀਕ ਆ, ਹੁਣ ਸਧਾਰਨ ਬੁੱਧੀ ਵੀ ਇਹ ਕਹਿੰਦੀ ਆ, ਜਾਂ ਸਾਡੇ ਜਿਹੜੇ ਪਹਿਲਾਂ ਵਿਦਵਾਨ ਹੋਏ ਆ ਜਾਂ ਘਰਾਂ ਦੇ ਵਿੱਚ ਵੀ, ਅਸੀਂ ਉਸ ਚੀਜ਼ ਦੀ ਵਰਤੋਂ ਕਰਦੇ ਹਾਂ ਜਿਹੜੀ ਚੀਜ਼ ਸਾਡੇ ਕੋਲ ਜ਼ਿਆਦਾ ਹੋਵੇ। ਹੁਣ ਸਾਡੇ ਕੋਲੇ ਜ਼ਿਆਦਾ ਕੀ ਹੈ? ਸਾਡੇ ਕੋਲੇ ਮੈਨ ਪਾਵਰ ਜ਼ਿਆਦਾ। ਅਸੀਂ ਆਪਦੀ ਮੈਨ ਪਾਵਰ ਨੂੰ ਕਿਸ ਤਰ੍ਹਾਂ ਵਰਤੀਏ, ਉਹ ਤੋਂ ਵੱਧ ਫਾਇਦਾ ਕਿਵੇਂ ਲੈ ਸਕੀਏ, ਜ਼ਿਆਦਾ ਅਨਾਜ ਪੈਦਾ ਕਿਵੇਂ ਕਰ ਸਕੀਏ, ਲੋੜ ਇਸ ਪਾਸੇ ਦੀ ਹੈ। ਜਦੋਂ ਕਿ ਸਰਕਾਰ ਕੀ ਕਰ ਰਹੀ ਆ, ਇਹ ਵੱਡੇ ਫਾਰਮ ਬਣਾਉਣ ਦੇ ਨਾਂ ਤੇ, ਵੱਡੀ ਮਸ਼ੀਨਰੀ ਲਿਆਉਣ ਦੇ ਨਾਂ ਤੇ, ਬੇਰੁਜ਼ਗਾਰੀ ਤਾਂ ਸਾਡੇ ਅੱਗੇ ਬਹੁਤ ਜ਼ਿਆਦੀ ਆ। ਕਿੰਨੀ ਬੇਰੁਜ਼ਗਾਰੀ ਆ ਕਿ ਤੁਸੀਂ ਜਿਹੜੇ ਇਹਨਾਂ ਸਰਕਾਰੀ ਅੰਕੜਾ ਵਾ, 80 ਕਰੋੜ ਲੋਕ ਜਿਹੜੇ ਆ ਉਹ ਖੇਤੀ ਦੇ ਆਸਰੇ ਆ, ਕੰਮ ਕਰਦੇ ਆ, ਨਾਲੇ ਫ੍ਰੀ ਅਨਾਜ ਵਾਲੇ ਆ। 80 ਕਰੋੜ ਖੇਤੀ ਤੇ ਡਿਪੈਂਡ ਲੋਕ ਆ। ਹੁਣ ਜੇ ਤੁਸੀਂ 80 ਕਰੋੜ ਲੋਕਾਂ ਨੂੰ ਕਹਿ ਰਹੇ ਹੋ ਵੀ ਤੁਸੀਂ ਘਰੇ ਬਹਿ ਜਾਓ, ਤੁਹਾਡਾ ਕੰਮ ਕੋਈ ਨਹੀਂ, ਤੁਸੀਂ ਬੇਰੁਜ਼ਗਾਰ ਹੋ ਜਾਓ, ਅਸੀਂ ਵੱਡੀ ਮਸ਼ੀਨਰੀ ਲਿਆ ਕੇ ਖੇਤੀ ਕਰਾਂਗੇ, ਦੱਸੋ ਇਹ ਕਿੱਧਰਲੀ ਕ੍ਰਾਂਤੀ ਆ? ਇਹ ਕਿੱਧਰਲਾ ਹੱਲ ਆ? ਜਦੋਂ ਅਸੀਂ ਇਹ ਤਾਂ ਕੀਤਾ ਜਾ ਸਕਦਾ ਵਾ ਵੀ ਖੇਤੀ ਨੂੰ ਐਡਵਾਂਸ ਕਰਨ ਵਾਸਤੇ ਕਿਸਾਨਾਂ ਨੂੰ ਸਿੱਖਿਅਤ ਕੀਤਾ ਜਾਵੇ, ਨਵੀਆਂ ਤਕਨੀਕਾਂ ਲਿਆਂਦੀਆਂ ਜਾਣ, ਪਾਣੀ ਕਿਵੇਂ ਬਚਾਇਆ ਜਾਵੇ, ਬੀਜਾਂ 'ਚ ਸੋਧ ਕੀਤੀ ਜਾਵੇ, ਇਹੋ ਜਿਹੇ ਤਾਂ ਕਦਮ ਚੱਕਣੇ ਚਾਹੀਦੇ ਆ। ਪਰ ਇਹ ਉਲਟਾ ਕਦਮ ਚੱਕ ਰਹੇ ਆ, ਇਹ ਕਿਸਾਨੀ ਨੂੰ ਤੇ ਖੇਤੀ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੇ ਆ। ਸੋ ਇਹਦੇ ਸਿੱਟੇ ਕੋਈ ਚੰਗੇ ਨਹੀਂ ਨਿਕਲਣਗੇ ਆਉਣ ਵਾਲੇ ਸਮੇਂ 'ਚ। ਤੁਸੀਂ ਜੇ ਇਹ ਸਰਕਾਰ ਨੇ ਰਾਹ ਨਾ ਛੱਡਿਆ ਤੇ ਤੁਸੀਂ ਦੇਖਿਆ ਜੇ ਕਿਸਾਨ ਮਿਹਨਤ, ਆਮ ਜਿਹੜਾ ਥੱਲੇ ਵਾਲਾ ਕਿਰਤ ਕਰਨ ਵਾਲਾ ਵਾ, ਚਾਹੇ ਮਜ਼ਦੂਰ ਆ, ਕਿਸਾਨ ਆ, ਦੁਕਾਨਦਾਰ ਆ, ਦੇਸ਼ ਖੜਾ ਹੁੰਦਾ ਇਹਨਾਂ ਸਿਰ ਤੇ। ਦੇਸ਼ ਪੂੰਜੀਪਤੀਆਂ ਸਿਰ ਤੇ ਨਹੀਂ ਖੜਾ ਹੁੰਦਾਗਾ। ਠੀਕ ਆ, ਜਿਹੜਾ ਇਹ ਵਿਕਾਸ ਦੀ ਗੱਲ ਕਰਦੇ ਆ, ਵਿਕਾਸ ਹੁੰਦਾ ਵਾ ਵੀ ਜਿਹੜਾ ਸਾਡਾ ਪ੍ਰਤੀ ਪਰਿਵਾਰ ਆ
ਉਹਨੂੰ ਸੁੱਖ ਸਹੂਲਤਾਂ ਕਿੰਨੀਆਂ, ਕੀ ਰੋਟੀ ਕੱਪੜਾ ਮਕਾਨ ਉਹਨਾਂ ਕੋਲ ਹੈਗਾ। ਇਹ ਭਾਰਤ ਮਾਲਾ ਵਰਗੀਆਂ ਉੱਚੀ ਉੱਚੀ ਸੜਕਾਂ ਬਣਾਉਣ ਨਾਲ ਵਿਕਾਸ ਨਹੀਂ ਹੁੰਦਾ। ਸੋ ਸਾਡੇ ਲੋਕਾਂ ਨੂੰ ਬਹੁਤ ਵੱਡਾ ਭੁਲੇਖਾ ਪਾ ਕੇ ਵਿਕਾਸ, ਜਿਵੇਂ ਆਪਾਂ ਪਿਛਲੇ ਦਿਨੀ ਮੇਰਾ ਸਾਥੀ ਇੱਕ ਜੋ ਗੁਜਰਾਤ ਜਾ ਕੇ ਆਇਆ, ਉਹ ਮੈਂ ਤੁਹਾਨੂੰ ਪੁੱਛਿਆ ਨਹੀਂ, ਮੈਨੂੰ ਗੱਲ ਸੁਣਾਉਣ ਲੱਗ ਪਿਆ ਆ ਕੇ, ਕਹਿੰਦਾ ਯਾਰ ਐਵੇਂ ਗੁਜਰਾਤ ਮਾਡਲ ਦਾ ਰੌਲਾ ਪਾਇਆ ਤਾਂ ਸ਼ਹਿਰਾਂ 'ਚ ਇੰਨੀ ਗੰਦਗੀ ਆ, ਇੰਨਾ ਰੋਡ ਟੁੱਟੇ ਹੋਏ ਆ, ਬੁਰੇ ਹਾਲ ਆ, ਪਰ ਜਿਹੜੇ ਆਮ ਲੋਕ ਜਾਂਦੇ ਉਹ ਵੱਡੀਆਂ ਸੜਕਾਂ ਥਾਣੀ ਜਾਂਦੇ ਆ, ਪੁਲਾਂ ਥਾਣੀ ਜਾਂਦੇ। ਉਹ ਕਹਿੰਦੇ ਮੋਦੀ ਨੇ ਬਹੁਤ ਵਿਕਾਸ ਕੀਤਾ। ਉਹਨੂੰ ਐਕਸਪ੍ਰੈਸ ਵੇ ਕਹਿ ਕੇ ਕਹੀ ਜਾਂਦੇ ਵੀ ਉੱਥੋਂ ਦੀ ਕੱਢਿਆ ਕਿਉਂਕਿ ਜਦੋਂ ਅਸੀਂ ਥੱਲੇ ਗਰਾਊਂਡ 'ਚ ਉਤਰ ਕੇ ਸੱਚਾਈ ਦਿਸਦੀ ਹੈ ਸਾਨੂੰ, ਫਿਰ ਉਹ ਸਭ ਕੁਝ ਨੰਗਾ ਹੋ ਜਾਂਦਾ। ਸੋ ਇਸ ਕਰਕੇ ਇਹ ਜਿਹੜਾ ਵਿਕਾਸ ਮਾਡਲ ਆ, ਇਹ ਇੱਕ ਛਲਾਵਾ, ਇਹ ਇੱਕ ਇਹੋ ਜਿਹਾ ਮੰਨ ਲਓ ਕਿ ਪਰਦਾ ਵਾ, ਜਦੋਂ ਇਹਨੂੰ ਪਰਦੇ ਨੂੰ ਹਟਾ ਕੇ ਦੇਖਦੇ ਆ, ਉਹਦੇ ਅੰਦਰੋਂ ਲੀਰਾਂ ਹੀ ਨਿਕਲਦੀਆਂ ਵਾ, ਹੋਰ ਕੁਝ ਨਹੀਂ ਨਿਕਲਦਾਗਾ। ਇਹ ਇੱਕ ਡਰਾਮਾ, ਇਸ ਤੋਂ ਵੱਧ ਕੁਝ ਨਹੀਂ ਹੈਗਾ। ਅੱਛਾ, ਇਹਦੇ ਸਾਰੇ ਦੇ ਵਿੱਚ ਫਿਰ ਆਪਾਂ ਇਸ ਗੱਲ ਨੂੰ ਕਿਵੇਂ ਸਮਝੀਏ ਕਿ ਸਰਕਾਰ ਕਿੱਥੇ ਖੜੀ ਹੈ? ਮੁੱਖ ਮੰਤਰੀ ਭਗਵੰਤ ਮਾਨ ਦੀ ਸਾਈਕੀ ਇਸ ਦੇ ਪਿੱਛੇ ਕੀ ਹੋ ਸਕਦੀ ਹੈ? ਕਿੰਨਾ ਜ਼ੋਰ ਚੱਲਿਆ ਹੋਊ ਇਸ ਪਾਲਿਸੀ ਤੇ ਉਹਨਾਂ ਦਾ ਬਣਾਉਣ ਦੇ ਪਿੱਛੇ, ਅਪਲਾਈ ਕਰਨ ਦੇ ਪਿੱਛੇ? ਤੇ ਖੁਦ ਮੁੱਖ ਮੰਤਰੀ ਜਿਹੜਾ ਆਪ ਕਹਿੰਦਾ ਮੈਂ ਕਿਸਾਨ ਦਾ ਪੁੱਤ ਹੈ, ਕਿਸਾਨੀ ਕੀਤੀ ਹੈ, ਮੈਂ ਸਾਰਾ ਕੁਝ ਖਿਆਲ ਜੋਤਿਆ ਹੈ, ਮੈਂ ਈਸ਼ਰ ਟਰੈਕਟਰ ਚਲਾਉਂਦਾ ਰਿਹਾ, ਮੈਂ ਇੰਜਨ ਸਟਾਰਟ ਕਰਦਾ ਰਿਹਾ, ਫਿਰ ਕੀ ਲੱਗਦਾ ਉਹ ਸੱਚੀਓ ਕਿਸਾਨੀ ਨੂੰ ਮਾਈਂਡ 'ਚ ਰੱਖ ਕੇ ਬਣਾਈ ਗਈ ਪਾਲਿਸੀ ਹੈ? ਦੇਖੋ, ਦੋ ਚੀਜ਼ਾਂ, ਇੱਕ ਕਹਿੰਦੇ ਹੁੰਦੇ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਦੂਜਾ ਇਹ ਆਪ ਹੀ ਕਹਿੰਦਾ ਹੁੰਦਾ ਪ੍ਰਮਾਤਮਾ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ। ਸੋ ਅਸੀਂ ਸਮਝਦੇ ਹਾਂ ਵੀ ਮੇਰੀ ਮੱਤ ਵੱਜ ਚੁੱਕੀ ਹੈ। ਇਹ ਅਸਲ ਵਿੱਚ ਜੱਜਮੈਂਟ ਨਹੀਂ ਕਰ ਸਕਿਆ। ਇਹ ਕਹਿੰਦਾ ਮੈਂ ਖੇਤ ਜਾਂਦਾ ਵਾਂ, ਟਰੈਕਟਰ ਚਲਾਉਣਾ ਵਾਂ, ਖੇਤੀ ਕਰਦਾ ਵਾਂ, ਪਰ ਪੰਜਾਬ ਦੇ ਲੋਕਾਂ ਦੀ ਸਮਝ, ਸੋਚ, ਉਹਨਾਂ ਦੀ ਸਾਈਕੀ, ਉਹਨਾਂ ਦਾ ਸੋਚਣ ਦਾ ਤਰੀਕਾ ਇਹ ਸਮਝ ਨਹੀਂ ਸਕਿਆ। ਜੇ ਸਮਝਦਾ ਹੁੰਦਾ ਤੇ ਇਹ ਤਾਂ ਪਿੰਡਾਂ ਦਾ ਰਹਿਣ ਵਾਲਾ ਖੁਦ ਕਹਿੰਦਾ ਵਾ, ਇਹਨੂੰ ਇਹ ਨਹੀਂ ਪਤਾ ਕਿ ਲੋਕ ਤਾਂ ਵੱਟ ਪਿੱਛੇ ਭਰਾ ਮਾਰ ਦਿੰਦੇ, ਭਰਾ ਫੈਰ ਮਾਰ ਦਿੰਦਾ। ਪਾਣੀ ਮਿੰਟ 5 ਮਿੰਟਾਂ ਪਿੱਛੇ ਕਿੰਨੇ ਕਤਲ ਹੋਏ ਆ ਪੰਜਾਬ 'ਚ, ਤੇ ਫਿਰ ਤੁਸੀਂ ਕੀ ਸੋਚ ਲਿਆ ਵੀ ਉਹ ਟੱਕਾਂ ਦੇ ਟੱਕ ਤੁਹਾਨੂੰ ਐ ਦੇ ਦੇਣਗੇ? ਇੱਕ ਤਾਂ ਇਹ ਗੱਲ। ਦੂਜੀ ਇਹ ਗੱਲ ਵੀ ਹੁਣ ਸਰਕਾਰ ਨੂੰ ਅਸੀਂ ਸਮਝਦੇ ਹਾਂ ਕਿ ਉਹਨਾਂ ਨੂੰ ਆਪ ਜਿਹੜਾ ਉਹਨਾਂ ਨੇ ਜਾਲ ਬੁਣ ਲਿਆ, ਜਿਹੜਾ ਪੰਗਾ ਲੈ ਲਿਆ, ਹੁਣ ਉਹਦੇ ਚੋਂ ਨਿਕਲਣ ਦਾ ਇਹਨੂੰ ਰਾਹ ਨਹੀਂ ਦਿਸ ਰਿਹਾ ਕੋਈ। ਪਰ ਉਹ ਤਾਂ ਹੱਲੇ ਵੀ ਟੀਚਰਾਂ ਕਰੀ ਜਾਂਦੇ ਨੇ। ਤੁਸੀਂ ਕਹਿੰਦੇ ਹੋ ਰਾਹ ਨਹੀਂ ਲੱਭ ਰਿਹਾ, ਉਹ ਤਾਂ ਹੱਲੇ ਵੀ ਟੀਚਰਾਂ ਆਪਣੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਈ ਜਾਂਦੇ ਨੇ। ਲੁਧਿਆਣੇ ਸਪੀਚ ਦਿੱਤੀ ਹੈ ਤਾਂ ਟੀਚਰਾਂ ਹਰੇਕ ਗੱਲ ਦੇ ਵਿੱਚ ਉਹ ਤਾਂ ਟੀਜ਼ ਕਰ ਰਹੇ ਨੇ ਕਿਸਾਨਾਂ ਨੂੰ, ਕਹਿੰਦੇ ਇਹ ਤਾਂ ਕਿਸਾਨ ਹੈ ਨਹੀਂ ਗੇ, ਨਕਲੀ ਨੇ, ਆਪਣੇ ਖੇਤ ਨਹੀਂ ਗਏ। ਉਹ ਤਾਂ ਟੀਚਰਾਂ ਤੇ ਉਤਰੇ ਹੋਏ ਨੇ। ਤੁਸੀਂ ਕਹਿੰਦੇ ਹੋ ਅਸੀਂ ਆਰ ਪਾਰ ਦੀ ਲੜਾਈ ਲੜ ਰਹੇ ਹਾਂ। ਦੇਖੋ, ਇੱਕ ਚੀਜ਼ ਤਾਂ ਹੈਗੀ ਆ, ਹੁਣ ਮੈਂ ਖੇਤੀ ਕਰਦਾ, ਮੈਂ ਆਪਦਾ ਪੇਸ਼ੇ ਵਜੋਂ ਮੈਂ ਜਾਣਿਆ ਹੀ ਜਾਣਾ, ਮੇਰੀਆਂ ਹਰਕਤਾਂ ਸਾਰਾ ਕੁਝ ਸਾਹਮਣੇ ਆ ਜਾਣਾ। ਮੈਂ ਖੇਤੀ ਕਰਦਾ, ਕਿਸਾਨ। ਬੇਸ਼ੱਕ ਕਈ ਫੜਨ ਦਾ ਤਰੀਕਾ ਹੀ ਹੋਵੇ, ਉਹਨੇ ਦੱਸ ਦੇਣਾ। ਹੁਣ ਭੰਡ ਪੁਣਾ ਕਰਨ ਵਾਲੇ ਬੰਦੇ ਨੇ, ਤੁਸੀਂ ਕਹਿੰਦੇ ਟੀਚਰਾਂ ਕਰ ਰਿਹਾ, ਉਹ ਭੰਡ ਪੁਣਾ ਕਰਨ ਵਾਲੇ ਬੰਦੇ ਦਾ ਪਤਾ ਲੱਗ ਹੀ ਜਾਣਾ ਵਾ, ਕਿਉਂਕਿ ਮੁੱਖ ਮੰਤਰੀ ਕੋਈ ਟੀਚਰਾਂ ਕਰਨ ਵਾਸਤੇ ਨਹੀਂ ਬਣਾਈਦਾ। ਮੁੱਖ ਮੰਤਰੀ ਸਿਰਫ ਪੰਜਾਬ ਦਾ ਭਾਰ ਹੁੰਦਾ ਵਾ ਸਾਰਾ, ਠੀਕ ਆ, ਪਰ ਜਦੋਂ ਖੂਨ ਦੇ ਵਿੱਚ ਭੰਡ ਪੁਣਾ ਵਸਿਆ ਹੋਇਆ ਵਾ, ਉਹ ਟੀਚਰਾਂ ਹੀ ਕਰੂਗਾ। ਦੂਜੀ ਗੱਲ ਲੁਧਿਆਣੇ ਦੀ ਕੀਤੀ ਤੁਸੀਂ, ਪਿਛਲੇ ਦਿਨੀ ਇੱਕ ਬਹੁਤ ਹੀ ਭਰੋਸੇਯੋਗ ਪੱਤਰਕਾਰ ਆ ਮਿੰਟੂ ਗੁਰੂਸਰੀਆ, ਉਹਨੇ ਇੱਕ ਖੁਲਾਸਾ ਕੀਤਾ ਵੀ ਜਿਹੜੀ ਇਹ ਕਹਿੰਦੇ ਆ ਵੀ 2000 ਏਕੜ ਜਿਹੜਾ ਕਿੱਲਾ ਸਾਨੂੰ ਲੋਕਾਂ ਨੇ ਦੇਤੀ ਆ ਲੁਧਿਆਣੇ ਦੇ ਵਿੱਚ, ਲੈਂਡ ਪੂਲਿੰਗ 'ਚ ਆ ਗਈ ਆ, ਉਹਦੇ 'ਚ ਕੌਣ ਆ? ਇੱਕ ਤਾਂ ਉਹਨਾਂ ਨੇ ਕੀ ਕੀਤਾ, ਉੱਥੇ ਵੱਡੇ ਬੰਦੇ ਜਿਹੜੇ ਕੁਝ ਜਿਨ੍ਹਾਂ ਦੀ 200 ਏਕੜ 400 ਏਕੜ ਜ਼ਮੀਨ ਸੀਗੀ, ਜਿਹੜੇ ਇਹਨਾਂ ਦੇ ਕਾਰਪੋਰੇਟ ਲਈ ਰੱਖੀ, ਹਾਂ, ਜਿਨ੍ਹਾਂ ਨੇ ਖੁਦ ਹੀ ਕਲੋਨੀਆਂ ਕੱਟਣ ਵਾਸਤੇ ਰੱਖੀ ਹੋਈ ਸੀ, ਉਹਨਾਂ ਨੂੰ ਵਿੱਚ ਸ਼ਾਮਲ ਕਰ ਲਿਆ। ਉਹ ਕਹਿਤਾ ਵੀ ਸਾਨੂੰ ਇੰਨੀ ਜ਼ਮੀਨ ਮਿਲ ਗਈ ਆ। ਫਿਰ ਇਹ ਕੀ ਕਰ ਰਹੇ ਆ, ਉੱਥੇ ਜਿਹੜੇ ਰਿਟਾਇਰ ਮੁਲਾਜ਼ਮ ਆ ਉਸ ਏਰੀਏ ਦੇ, ਜਿਨ੍ਹਾਂ ਨੇ ਕੁਝ ਨੌਕਰੀ ਸਮੇਂ ਲੈ ਦੇ ਕੀਤੀ, ਉਹਨਾਂ ਨੂੰ ਦਾਬੇ ਮਾਰੇ ਜਾ ਰਹੇ ਆ ਵੀ ਸਾਰੀ ਜ਼ਮੀਨ ਰੱਖੋ ਇੱਧਰ, ਲੈਂਡ ਪੂਲਿੰਗ 'ਚ ਦਿਓ, ਨਹੀਂ ਤੁਹਾਡੀਆਂ ਫਾਈਲਾਂ ਖੋਲਾਂਗੇ। ਸਾਨੂੰ ਇਹ ਸਾਡਾ ਸਵਾਲ ਆ ਵੀ ਜੇ ਤੇਰੀ ਨੀਤੀ ਇੰਨੀ ਚੰਗੀ ਆ, ਜੇ ਲੋਕ ਤੇਰੇ ਨਾਲ ਆ, ਪੰਜਾਬ ਦੇ ਲੋਕ ਤੇਰੇ ਨਾਲ ਆ, ਤੂੰ ਪੰਜਾਬ ਦੇ ਉਹਨਾਂ ਪਿੰਡਾਂ 'ਚ ਜਾ ਆਪ। ਪਹਿਲੀ ਗੱਲ ਤਾਂ ਹਿੰਮਤ ਕਰ ਜਾਣ ਦੀ, ਉੱਥੇ ਲੋਕਾਂ ਨੂੰ ਕਹੋ ਵੀ ਮੇਰੇ ਨਾਲ ਤੁਸੀਂ ਹੈਗੇ ਤੇ ਮੈਨੂੰ ਜ਼ਮੀਨ ਦਿਓ। ਅਸਲ ਗੱਲ ਕੀ ਆ, ਪੰਜਾਬ ਦੇ ਕਿਸਾਨਾਂ ਨੇ ਇੱਕ ਵੀ ਘਰ ਨੇ ਇੱਕ ਜ਼ਮੀਨ ਨਹੀਂ ਦਿੱਤੀ ਜਿਹੜਾ ਖੇਤੀ ਕਰਦਾ ਵਾ, ਜਿਹੜਾ ਆਪਦੇ ਬੱਚੇ ਪਾਲਦਾ ਸੀ, ਕਿਸਾਨ ਉਹਨੂੰ ਮੰਨਦੇ ਆ। ਹੁਣ ਜੇ ਕਿਸੇ ਨੇ ਕਲੋਨੀ ਕੱਟਣ ਵਾਸਤੇ ਕੋਈ ਵੱਡੇ ਬਿਜ਼ਨਸਮੈਨ ਨੇ ਜ਼ਮੀਨ ਲੈ ਕੇ ਰੱਖੀ ਆ, ਉਹ ਲੈਂਡ ਪੂਲਿੰਗ 'ਚ ਦੇਤੀ, ਉਹ ਕੋਈ ਕਿਸਾਨ ਨਹੀਂਗਾ। ਜਾਂ ਕਿਸੇ ਮੁਲਾਜ਼ਮ ਰਿਟਾਇਰ ਜਿਹੜਾ ਪਹਿਲਾਂ ਕੋਈ ਰਿਸ਼ਵਤ ਲੈਂਦਾ ਰਿਹਾ ਵਾ, ਜੀ ਸਰਕੇਸ ਆ, ਉਹਨੂੰ ਕਹਿੰਦਾ ਤੇਰੀ ਫਾਈਲ ਖੋਲਾਂਗੇ, ਨਹੀਂ ਤਾਂ ਜ਼ਮੀਨ ਦੇ, ਉਹ ਡਰਦਾ ਦੇ ਗਿਆ, ਉਹਨੂੰ ਪਾਸੇ ਛੱਡ ਲਓ। ਇਸ ਤੋਂ ਬਿਨਾਂ ਕੋਈ ਜ਼ਮੀਨ ਇੱਕ ਵੀ ਕਿਸਾਨ ਨੇ ਇਹਨੂੰ ਹਜੇ ਤੱਕ ਨਹੀਂ ਦਿੱਤੀ ਤੇ ਨਾ ਦਊਗਾ। ਅੱਛਾ, ਲੜਾਈ ਹੁਣ ਖੇਤੀ ਯੋਗ ਜ਼ਮੀਨ ਦੀ ਹੈ ਜਾਂ ਫਿਰ ਜ਼ਮੀਨ ਦੀ ਹੈ, ਕੁੱਲ ਜ਼ਮੀਨ ਦੀ ਹੈ? ਦੇਖੋ, ਲੜਾਈ ਹੋਣੀ ਜ਼ਮੀਨ ਦੀ ਕੁੱਲ ਦੀ ਚਾਹੀਦੀ ਹੈ। ਅਸੀਂ ਕਵਾਂਗੇ ਵੀ ਪੰਜਾਬ ਦੀ 1 ਇੰਚ ਵੀ ਜ਼ਮੀਨ ਨਹੀਂ ਜਾਣੀ ਚਾਹੀਦੀ, ਖਾਸ ਕਰਕੇ ਖੇਤੀਯੋਗ ਜ਼ਮੀਨ ਤਾਂ ਕਿਸੇ ਹਾਲਤ ਨਹੀਂ ਜਾਣੀ ਚਾਹੀਦੀ। ਸਗੋਂ ਇਸ ਤੋਂ ਉਲਟਾ ਹੋਣਾ ਚਾਹੀਦਾ ਵਾ
ਵੀ ਜਿਹੜੀਆਂ ਹਜੇ ਤੱਕ ਇਹਨਾਂ ਨੇ ਡਿਵੈਲਪ ਨਹੀਂ ਕਰ ਸਕੇਗੇ, ਜਿਹੜੇ ਚਿੱਟੇ ਹਾਥੀ ਖੜੇ ਨੇ, ਚਿੱਟੇ ਹਾਥੀ ਖੜੇ ਆ, ਉਹ ਵੀ ਉਹਨਾਂ ਨੂੰ ਖਤਮ ਕਰਕੇ ਵਾਹੀਯੁਗ ਜ਼ਮੀਨ 'ਚ ਤਬਦੀਲ ਕਰਨਾ ਚਾਹੀਦਾ। ਲੋੜ ਤਾਂ ਇਸ ਗੱਲ ਦੀ ਆ। ਤੇ ਜਿਹੜੇ ਆ ਜਿਹੜੇ ਫਾਲਤੂ ਦੇ ਬਣਾਏ ਜਾ ਰਹੇ ਆ ਲਗਾਤਾਰ, ਕੋਈ ਨੈਸ਼ਨਲ ਹਾਈਵੇ ਆ ਜੀ, ਇਹ ਸਾਡੀ ਭਾਰਤਮਾਲਾ ਵਾ, ਪੰਜਾਬ ਦੇ ਲੋਕਾਂ ਨੂੰ ਇਸ ਦੀ ਲੋੜ ਨਹੀਂਗੀ। ਅਸੀਂ ਇਹ ਸਮਝਦੇ ਆ ਸਾਡੇ ਵਾਸਤੇ ਨਹੀਂਗੇ, ਕਾਰਪੋਰੇਟ ਘਰਾਂ ਵਾਸਤੇ ਆ, ਵੱਡੇ ਕੰਟੇਨਰ ਲਿਆਉਣ ਵਾਸਤੇ ਆ, ਸਾਡੇ ਵਾਸਤੇ ਨਹੀਂਗੇ। ਇਹਨਾਂ ਦੀ ਪੰਜਾਬ ਨੂੰ ਕੋਈ ਲੋੜ ਨਹੀਂਗੀ। ਵਾਹੀਯੋਗ ਜ਼ਮੀਨ 1 ਇੰਚ ਵੀ ਨਹੀਂ ਜਾਣੀ ਚਾਹੀਦੀ। ਅੱਛਾ, ਇਹ ਸਾਰੇ ਦੇ ਵਿੱਚ ਫਿਰ ਤੁਸੀਂ ਜਿਹੜੇ ਇਹਨਾਂ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਉਹਨਾਂ ਦੀ ਭੂਮਿਕਾ ਨੂੰ ਕਿੰਨੀ ਦੇਖਦੇ ਹੋ? ਇਹ ਪਾਲਿਸੀ ਨੂੰ ਬਣਾਉਣ ਦੇ ਵਿੱਚ ਉਹਨਾਂ ਦਾ ਕਿੰਨਾ ਰੋਲ ਹੋਊਗਾ? ਉਹਨਾਂ ਦਾ 100% ਰੋਲ ਹੋਊਗਾ, ਭਗਵੰਤ ਮਾਨ ਤੋਂ ਵੱਧ ਹੋਊਗਾ। ਕਿਉਂਕਿ ਭਗਵੰਤ ਮਾਨ ਤਾਂ ਅਸੀਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹਿ ਕੇ ਹਟਿਆ ਵੀ ਪੰਜਾਬ ਦਾ ਰਹਿਣ ਵਾਲਾ, ਇਹ ਤਾਂ ਪਤਾ ਹੀ ਨਹੀਂ ਕਿਵੇਂ ਫਸ ਗਿਆ ਵਿੱਚ। ਉਹ ਤਾਂ ਇੱਕ ਹੁੰਦਾ ਵਾ ਬੰਦਾ ਨਭੋਲ ਪੁਣੇ 'ਚ ਫਸ ਜਾਂਦਾ, ਉਹ ਭੋਲਾ ਹੁੰਦਾ, ਉਹਨੂੰ ਪਤਾ ਨਹੀਂ ਹੁੰਦਾ। ਇੱਕ ਬੰਦਾ ਹੁੰਦਾ ਉਹ ਸੋਚ ਸਮਝ ਕੇ ਠੱਗੀ ਮਾਰਦਾ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਉਹ ਸੋਚ ਸਮਝ ਕੇ ਠੱਗੀ ਮਾਰਦੇ ਨਾ। 420 ਕਰਨ ਵਾਲੇ ਬੰਦੇ ਆ, ਉਹ ਨਟਵਰ ਲਾਲ ਦਿੱਲੀ 'ਚ ਤੁਸੀਂ ਗੱਲ ਕਰੋ, ਉਹ ਕਹਿੰਦੇ ਨਟਵਰ ਲਾਲ ਹੈ ਤਾਂ। ਸੋ ਇਹ ਠੱਗ ਬੰਦੇ ਆ, ਇਹਨਾਂ ਨੂੰ ਪੰਜਾਬ ਨਾਲ ਕੋਈ ਵਾਸਤਾ ਨਹੀਂ। ਇਹ ਪੰਜਾਬ ਦੇ ਇਤਿਹਾਸ ਤੋਂ ਜਾਣੂ ਨਹੀਂ, ਪੰਜਾਬ ਦੇ ਸੱਭਿਆਚਾਰ ਤੋਂ ਜਾਣੂ ਨਹੀਂ, ਪੰਜਾਬੀਆਂ ਦੀ ਸਾਈਕੀ ਤੋਂ ਜਾਣੂ ਨਹੀਂ। ਇਹ ਬਸ ਆ ਗਏ, ਹੁਣ ਇਹਨਾਂ ਨੂੰ ਪੰਜਾਬ ਦਾ ਪੈਸਾ ਦਿਸ ਰਿਹਾ ਸੀ, ਬੜਾ ਪੈਸਾ ਇਹਨੇ ਪਹਿਲਾਂ ਬਰਬਾਦ ਵੀ ਕਰਤਾ। ਹਜੇ ਵੀ ਇਹ ਸੋਚ ਰਹੇ ਆ ਵੀ ਲੋਕ ਸਾਨੂੰ ਦੇਖਦੇ ਰਹਿਣਗੇ, ਅਸੀਂ ਲੁੱਟਦੇ ਰਹਾਂਗੇ, ਪਰ ਹੁਣ ਨਹੀਂ। ਹੁਣ ਲੋਕ ਇਹਨੂੰ ਦਿੱਲੀ ਤੱਕ ਛੱਡ ਕੇ ਵੀ ਆਉਣਗੇ। ਆਖਰੀ ਸਵਾਲ, ਕੀ ਹੁਣ ਇਹ ਸਾਰੇ ਦੇ ਵਿੱਚ ਕਿਸਾਨ ਪੈਰ ਪਾਉਣ ਦੇਣਗੇ ਆਪਣੀ ਜ਼ਮੀਨ 'ਚ ਇਹਨਾਂ ਨੂੰ? ਮਤਲਬ ਹੀ ਨਹੀਂ ਜੀ ਕੋਈ। ਤੁਸੀਂ ਦੇਖੋ, ਕਿਸਾਨ ਜਥੇਬੰਦੀਆਂ ਤਾਂ ਬਾਅਦ ਵਿੱਚ ਐਕਟਿਵ ਹੋਈਆਂ ਵਾ। ਪਹਿਲਾਂ ਜਿੰਨੇ ਵੀ ਜਿਹੜੇ ਪੀੜਤ ਕਿਸਾਨ ਸੀ, ਜਦੋਂ ਵੀ ਕੋਈ ਉਹਨਾਂ ਨਾਲ ਗੱਲ ਕਰਦਾ ਸੀ, ਉਹਨਾਂ ਕੋਲ ਇੱਕ ਜਵਾਬ ਹੀ ਹੁੰਦਾ ਸੀ ਵੀ ਮੇਰੀ ਵਾਟ ਤੇ ਚੜੇ ਕੋਈ ਗੋਲੀ ਮਾਰੂ। ਇਹ ਸਿੱਧਾ ਜਿਹਾ ਜਵਾਬ ਹੈ ਕਿ ਤੁਸੀਂ ਬਾਪੂ ਦੀ ਵੀਡੀਓ ਸੁਣੀ, ਉਹ ਕਹਿੰਦਾ 3 ਦਿਨ ਪੋਸਟਮਾਰਟਮ ਚੱਲੂਗਾ। ਸੋ 5 ਦਿਨ ਪੋਸਟਮਾਰਟਮ ਚੱਲੂਗਾ। ਉਹੀ ਵੀਡੀਓ ਕਹਿੰਦੇ ਉਹਨਾਂ ਦੇ ਗਰੁੱਪ 'ਚ ਵੀ ਪੈ ਗਈ ਆਮ ਆਦਮੀ ਪਾਰਟੀ ਵਾਲਿਆਂ ਦੇ। ਮਨੀਸ਼ ਸਿਸੋਦੀਆ ਪੁੱਛੀ ਜਾਂਦਾ ਇਹ ਗੱਲ ਕੀ ਕਰਦਾ, ਕਹਿੰਦਾ ਸਿਹਤ ਕ੍ਰਾਂਤੀ ਨਾਲ ਜੁੜੀ ਗੱਲ ਕਰਦਾ। ਇਹ ਦੇਖੋ, ਪੰਜਾਬ ਵਾਲੇ ਇਹਨਾਂ ਦੀ ਇਹੋ ਜਿਹੀ ਸਿਹਤ ਕ੍ਰਾਂਤੀ ਲਿਆਉਣਗੇ, ਜੇ ਜ਼ਮੀਨ 'ਚ ਵੜਨਗੇ ਤਾਂ ਯਾਦ ਰੱਖਣਗੇ ਇਹ। ਪਰ ਜ਼ਮੀਨ ਜਮੂਨ ਡੱਕਾ ਨਹੀਂ ਦੇਣੀ ਕਿਸੇ ਨੇ। ਉਹ ਗੱਲ ਵੱਖਰੀ ਆ ਵੀ ਸਰਕਾਰ ਨੇ ਕਿੰਨਾ ਨੁਕਸਾਨ ਕਰਾ ਕੇ ਪਿੱਛੇ ਹਟਣਾ ਪੈਣਾ। ਨੁਕਸਾਨ ਰਾਜਨੀਤਿਕ ਤੌਰ ਤੇ ਕਿੰਨਾ ਨੁਕਸਾਨ ਕਰਾ ਕੇ ਪਿੱਛੇ ਹਟਦੀ ਹੈ, ਭਗਵੰਤ ਮਾਨ ਸਰਕਾਰ ਨੇ ਸੋਚਣਾ। ਅੱਛਾ, ਜਿਹੜੇ ਹੁਣ ਅਸਤੀਫੇ ਦੇ ਰਹੇ ਨੇ ਉਹਨਾਂ ਬਾਰੇ ਕੀ ਕਹਿੰਦੇ ਹੋ? ਜਿਹੜੇ ਲਗਾਤਾਰ ਅਸਤੀਫੇ ਆ ਰਹੇ ਨੇ, ਉਹ ਨਿੰਦ ਵੀ ਰਹੇ ਨੇ। ਖੁਦ OSD ਸਾਬਕਾ ਜਿਹੜੇ ਹੋ ਚੁੱਕੇ ਨੇ ਓਂਕਾਰ ਸਿੰਘ, ਉਹਨਾਂ ਨੇ ਇਸ ਗੱਲ ਨੂੰ ਭੰਡਿਆ ਵੀ ਇਹ ਗਲਤ ਹੈ। ਦੇਖੋ, ਇਹ ਜਿਹੜਾ ਵੀ ਬੰਦੇ ਨਾ 2 ਤਰ੍ਹਾਂ ਦੇ ਹੁੰਦੇ ਆ। ਇੱਕ ਤਾਂ ਉਹ ਹੁੰਦੇ ਆ ਵੀ ਚਾਹੇ ਉਹ ਕਿਸੇ ਪਾਰਟੀ 'ਚ ਹੋਣ, ਪਰ ਉਹ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਉਹ ਉਸ ਤੋਂ ਪਿੱਛੇ ਨਹੀਂ ਹਟਦੇ। ਦੂਜੀ ਕਿਸਮ ਉਹ ਹੁੰਦੀ ਆ ਵੀ ਉਹਨਾਂ ਨੂੰ ਕੋਈ ਪੰਜਾਬ ਨਾਲ ਮਤਲਬ ਨਹੀਂ, ਪੰਜਾਬ ਦੀ ਕਿਸਾਨੀ ਨਾਲ। ਉਹ ਚਮਚੇ ਟਾਈਪ ਬੰਦੇ ਹੁੰਦੇ, ਉਹਨਾਂ ਨੇ ਸਿਰਫ ਆਪਦੇ ਲੀਡਰਾਂ ਦੀ ਵਾਹ-ਵਾਹ ਕਰਨੀ ਹੁੰਦੀ ਆ। ਸਾਡੀ ਬਦਕਿਸਮਤੀ ਵੀ ਆ ਵੀ ਲੀਡਰਾਂ ਦੀ ਵਾਹ-ਵਾਹ ਕਰਨ ਵਾਲੇ ਚਮਚੇ ਜਿਹੜੇ ਪੰਜਾਬ 'ਚ ਉਹ ਵੀ ਵੱਡੀ ਗਿਣਤੀ 'ਚ ਆ। ਪਰ ਫਿਰ ਵੀ ਜੇ ਕੋਈ ਭਰਾ ਸਾਡਾ ਇਹ ਕਿਸਾਨੀ ਵਾਸਤੇ, ਪੰਜਾਬ ਦੀ ਹੋਂਦ ਵਾਸਤੇ ਕੋਈ ਆਪਦੇ ਅਸਤੀਫੇ ਦੇ ਰਿਹਾ, ਅਸੀਂ ਸਵਾਗਤ ਹੀ ਕਰਦੇ ਹਾਂ ਵੀ ਦੇ ਰਿਹਾ, ਦਰੁਸਤ ਹੈ। ਆਪਦੇ ਭਰਾਵਾਂ ਨਾਲ ਖੜਨ। ਜਿਹੜੇ ਅੱਜ ਦੇ ਸਮੇਂ ਵਿੱਚ ਵੀ ਭਰਾਵਾਂ ਨਾਲ ਨਹੀਂ ਖੜਦੇਗੇ ਤੇ ਉਹ ਕੇਜਰੀਵਾਲ ਦੀ ਗੋਦੀ 'ਚ ਬਹਿਣਾ ਜਿਨ੍ਹਾਂ ਨੇ, ਉਹਨਾਂ ਦੇ ਮਰੇ ਜ਼ਮੀਰਾਂ ਵਾਲਿਆਂ ਦਾ ਕਹਿਣਾ ਕੀ ਆ? ਫਿਰ ਇਦਾਂ ਦੇ ਬੰਦਿਆਂ ਨੂੰ ਅਗਲੀ ਵਾਰੀ ਜਿਤਾਉਣਗੇ ਲੋਕ? ਦੇਖੋ ਜੀ, ਇਹ ਭਗਵੰਤ ਮਾਨ ਖੁਦ ਹੀ ਕਹਿੰਦਾ ਹੁੰਦਾ ਸੀ, ਡਾਲਾ ਤੋਂ ਡਾਲਾ ਹੋਤਾ ਹੈ, ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ। ਇਹਦੀ ਕਈ ਗੱਲ ਲੋਕਾਂ ਨੇ ਇਹ ਤੇ ਜਮਾਉਣੀ ਆ। ਲੋਕ ਇਹਨਾਂ ਦੀ ਰੇਸ ਵੇਖਿਆ ਜੇ ਪਿੰਡ 'ਚ ਕਿਵੇਂ ਲਵਾਉਂਦੇ। ਲੋਕ ਬਹੁਤ ਅੱਕੇ ਪਏ ਆ ਇਹਨਾਂ ਤੋਂ। ਸ਼ੰਭੂ ਖਨੌਰੀ ਵਾਲੀਆਂ ਟਰਾਲੀਆਂ ਸਾਡੀਆਂ ਹਜੇ ਤੱਕ ਨਹੀਂ ਲੱਭੀਆਂ ਗਈਆਂ। ਹਾਂ, ਹਜੇ ਤੱਕ ਸਾਡੀਆਂ ਬਹੁਤ ਸਾਰੀਆਂ ਟਰਾਲੀਆਂ ਮਿਲੀਆਂ ਨਹੀਂ ਗਈਆਂ। ਉਹ ਸਾਰਾ ਗੁੱਸਾ ਜਿਹੜਾ ਲੋਕਾਂ ਦੇ ਅੰਦਰ ਪਿਆ ਵਾ, ਹੁਣ ਜਦੋਂ ਇਹ ਪਿੰਡਾਂ 'ਚ ਵੜਨਗੇ, ਉਹ ਕਿਵੇਂ ਉਹਦਾ ਜਵਾਬ ਆਉਂਦਾ ਵਾ, ਆਉਣ ਦੇ ਦਿਨਾਂ 'ਚ ਵੇਖਿਆ। ਬਹੁਤ ਬਹੁਤ ਧੰਨਵਾਦ।